दुख रोग संताप उतरे सुनी सची संत साजन पै पूरे गुर ते सुनते पुनीत कहते पवित पर पूरे बिनवंत नानक गुर चरण लागे वाजे सुनते पुनीत कहते पवित सतगुर रहया बिनवंत नानक गुर चरण लागे अनहद तूरे सुखा टल गुर सेवी हैन सुसहज दर्शन परसै जन्म मरण दुख जाए होवै सिफत खसामदे दोहरे अरसों कुरसों चटिया डिठे सच्चे पातशाह मल जन्म जन्म दी कटिया तुद डिठे सच्चे पातशाह मल जन्म जन्म दी कटिया। सतनाम श्री वाहिगुरु साहिब जीओ। देव गंधारी महला पंजवा। ध्याए गाए करण हार पौ नाही सुख सहज आनंदा अनेक हीरे एक समार त्याए गाए करण हार। वाहिगुरु जी का खालसा वाहिगुरु जी की फतेह। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ ਆਪ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਆਸਾ ਦੀ ਵਾਰ ਨਾਮ ਜੋ ਬਾਣੀ ਹੈ ਗੁਰੂ ਨਾਨਕ ਸਾਹਿਬ ਜੀਆਂ ਨੇ ਗੁਰੂ ਅੰਗਦ ਸਾਹਿਬ ਪਾਤਸ਼ਾਹ ਜੀਆਂ ਨੇ ਜਿਹੜੀ ਉਚਾਰਨ ਕੀਤੀ ਹੈ। ਇਸ ਬਾਣੀ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਸ਼ੰਤ ਬਖਸ਼ਿਸ਼ ਕੀਤੇ ਨੇ। ਐਸੇ ਤਿੰਨ ਸਤਿਗੁਰਾਂ ਦੀ ਉਚਾਰਨ ਕੀਤੀ ਇਹ ਬਾਣੀ ਆਸਾ ਦੀ ਵਾਰ ਆਪ ਸੰਗਤਾਂ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ। ਇਸ ਵੇਲੇ ਲੜੀ ਅੰਦਰ ਜੋ ਆਪਾਂ ਕਥਾ ਸਰਵਣ ਕਰਦੇ ਹਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਬਾਣੀ ਦੇ ਵਿੱਚੋਂ ਇੱਕ ਇੱਕ ਸ਼ਬਦ ਸਰਵਣ ਕਰਦੇ ਆ ਰਹੇ। ਆਪਾਂ ਸਹਿਜ ਪਾਠ ਵੀ ਕਰਦੇ ਹਾਂ, ਅਖੰਡ ਪਾਠ ਵੀ ਸਰਵਣ ਕਰਦੇ ਹਾਂ, ਕੀਰਤਨ ਵੀ ਸਰਵਣ ਕਰਦੇ ਹਾਂ। ਪਰ ਗੁਰਬਾਣੀ ਦੇ ਸ਼ਬਦ ਦੀ ਸੋਝੀ ਜੋ ਗਿਆਨ ਹੈ ਗੁਰਬਾਣੀ ਸਾਨੂੰ ਉਪਦੇਸ਼ ਕੀ ਦੇ ਰਹੀ ਹੈ ਇਹ ਸਾਨੂੰ ਕਥਾ ਵਿੱਚੋਂ ਪ੍ਰਾਪਤੀ ਹੋਵੇਗੀ। ਸੋ ਐਸੀ ਵੱਡੀ ਦਾਤ ਜਿਸ ਨੂੰ ਗੁਰੂ ਸਾਹਿਬ ਨੇ ਆਪ ਲਿਖਿਆ। ਮਹਾਰਾਜ ਨੂੰ ਪੁੱਛਿਆ ਮਹਾਰਾਜ ਸਾਰਿਆਂ ਤੋਂ ਸ੍ਰੇਸ਼ਟ ਕੰਮ ਕਿਹੜਾ ਹੈ, ਸਭ ਤੋਂ ਉੱਤਮ ਕੰਮ ਕਿਹੜਾ, ਸਭ ਤੋਂ ਚੰਗਾ ਕੰਮ ਕਿਹੜਾ, ਸਭ ਤੋਂ ਵਧੀਆ ਜਾਂ ਵੱਡਾ ਕੰਮ ਕਿਹੜਾ ਹੈ। ਜਦੋਂ ਇਹ ਸਵਾਲ ਕੀਤਾ ਨਾ ਮਹਾਰਾਜ ਜੀ ਅੰਤ ਪਾਤਸ਼ਾਹ ਨੇ ਲਿਖਿਆ ਸਭ ਤੇ ਉੱਤਮ ਹਰ ਕੀ ਕਥਾ। ਇਹ ਕਥਾ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ, ਇਹਦੇ ਬਰਾਬਰ ਕੋਈ ਨਹੀਂ ਸੰਸਾਰ ਦੇ ਵਿੱਚ, ਸੰਸਾਰ ਦੀ ਕੋਈ ਵਸਤੂ। ਸੋ ਐਸੀ ਉੱਤਮ ਕਥਾ ਸਰਵਣ ਕਰਨ ਵਾਸਤੇ ਆਪਾਂ ਗੁਰੂ ਚਰਨਾਂ ਵਿੱਚ ਆਏ ਹਾਂ।
ਆਓ ਮਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵ ਗੰਧਾਰੀ ਮਹੱਲਾ ਪੰਜਵਾ। ਦੇਵ ਗੰਧਾਰੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਫਰਮਾਉਂਦੇ ਹਨ, ਧਿਆਏ ਗਾਏ ਕਰਨਾ ਹਾਰ। ਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਧਿਆਉਣਾ ਕਰ। ਜਦੋਂ ਧਿਆਉਣ ਦਾ ਸ਼ਬਦ ਬਚਨ ਆਇਆ ਤੇ ਸਿੱਖ ਨੇ ਪੁੱਛ ਲਿਆ, ਮਹਾਰਾਜ ਕਿਹਨੂੰ ਧਿਆਵਾਂ, ਕਿਹਨੂੰ ਚੇਤੇ ਕਰਾਂ, ਕਿਹਦਾ ਧਿਆਨ ਧਾਰਨ ਕਰਾਂ? ਕਿਉਂਕਿ ਸਾਡੇ ਧਿਆਨ ਦੇ ਵਿੱਚ ਸਾਡਾ ਪੁੱਤਰ ਹੈ, ਸਾਡੇ ਧਿਆਨ ਦੇ ਵਿੱਚ ਸਾਡਾ ਪਰਿਵਾਰ ਹੈ, ਸਾਡੇ ਧਿਆਨ ਦੇ ਵਿੱਚ ਸਾਡੀਆਂ ਖੁਸ਼ੀਆਂ ਨੇ, ਸਾਡੀਆਂ ਤੰਦਰੁਸਤੀਆਂ ਨੇ। ਸੰਸਾਰ ਦੇ ਪਦਾਰਥ ਸਾਡੇ ਧਿਆਨ ਵਿੱਚ ਨੇ। ਸੰਸਾਰ ਵਿੱਚ ਜੋ ਖਾਣਾ ਪੀਣਾ ਉਹ ਸਾਡੇ ਧਿਆਨ ਵਿੱਚ ਹੈ, ਕਦੇ ਭੁੱਲਦਾ ਨਹੀਂ ਹੈ। ਮਹਾਰਾਜ ਧਿਆਉਂਦਾ ਤੇ ਹਾਂ, ਪਰ ਤੁਸੀਂ ਕਿਸ ਨੂੰ ਧਿਆਉਣ ਦੀ, ਚੇਤੇ ਕਰਨ ਦੀ, ਯਾਦ ਗੱਲ ਕਰਦੇ ਹੋ? ਤੇ ਪਾਤਸ਼ਾਹ ਕਹਿਣ ਲੱਗੇ, ਕਰਨਾ ਹਾਰ। ਅਸੀਂ ਤੈਨੂੰ ਇਹ ਬਚਨ ਕਹਿ ਰਹੇ ਹਾਂ ਜਿਹੜਾ ਤੈਨੂੰ ਪੈਦਾ ਕਰਨ ਵਾਲਾ ਹੈ। ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੈ, ਜਿਸ ਨੇ ਮਾਂ ਦੇ ਪੇਟ ਦੇ ਵਿੱਚ ਤੇਰੀ ਪਾਲਣਾ ਕੀਤੀ ਹੈ। ਆਪਣੀ ਕੁੱਖ ਦੇ ਵਿੱਚ ਮਾਂ ਵੀ ਇੰਨੀ ਸਮਰੱਥ ਨਹੀਂ ਵੀ ਆਪਣੇ ਬੱਚੇ ਨੂੰ ਬਚਾ ਸਕੇ, ਭਾਵੇਂ ਕਿ ਉਹਦੇ ਪੇਟ ਦੇ ਅੰਦਰ ਹੀ ਬੱਚਾ ਹੈ, ਪਰ ਮਾਂ ਕੋਲ ਇੰਨੀ ਤਾਕਤ ਨਹੀਂ ਹੈ, ਇੰਨੀ ਸਮਰੱਥਾ ਨਹੀਂ ਹੈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੈ। ਪਰਮਾਤਮਾ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਉੱਥੇ ਵੀ ਤੇਰੀ ਪਾਲਣਾ ਕਰਦਾ ਹੈ। ਜਿੱਥੇ ਕਿਸੇ ਸੰਸਾਰ ਦੇ ਜੀਵ ਦਾ ਜ਼ੋਰ ਨਹੀਂ ਚੱਲਦਾ, ਉੱਥੇ ਜੇ ਪਰਮਾਤਮਾ ਪਾਲਦਾ, ਫਿਰ ਸਾਨੂੰ ਕੀ ਕਰਨਾ ਚਾਹੀਦਾ? ਤੇ ਪਾਤਸ਼ਾਹ ਕਹਿਣ ਲੱਗੇ, ਸੋ ਕਿਉਂ ਮਨੋਂ ਵਿਸਾਰੀਐ। ਤੂੰ ਮਨੋਂ ਫਿਰ ਭੁਲਾਇਆ ਕਿਉਂ ਹੈ ਉਹਨੂੰ? ਫਿਰ ਤੈਨੂੰ ਵੀ ਮਨੋਂ ਭੁਲਾਉਣਾ ਨਹੀਂ ਸੀ ਚਾਹੀਦਾ। ਨਿਤਨੇਮ ਦੀ ਬਾਣੀ ਦਾ ਸਰਵਣ ਬਚਨ ਆਪਾਂ ਕਰਦੇ ਪਏ ਹਾਂ, ਜਿਸ ਨੂੰ ਅਸੀਂ ਰੋਜ਼ ਪੜ੍ਹਦੇ ਹਾਂ। ਪਾਤਸ਼ਾਹ ਕਹਿਣ ਲੱਗੇ, ਜਿਹੜਾ ਤੈਨੂੰ ਉਦਰ ਵਿੱਚ ਰੱਖਦਾ ਪਿਆ, ਫਿਰ ਤੂੰ ਕਿਉਂ ਭੁਲਾਇਆ ਹੈ? ਸੋ ਕਿਉਂ ਮਨੋਂ ਵਿਸਾਰੀਐ। ਤੂੰ ਆਪਣੇ ਮਨ ਤੋਂ ਕਿਉਂ ਭੁਲਾ ਦਿੱਤਾ? ਉਸ ਨੂੰ ਚੇਤੇ ਕਿਉਂ ਨਹੀਂ ਕੀਤਾ? ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਨੋਂ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਉਸ ਪਰਮਾਤਮਾ ਨੂੰ ਕਦੇ ਵੀ ਆਪਣੇ ਮਨ ਵਿੱਚੋਂ ਨਾ ਭੁਲਾ, ਜਿਹੜਾ ਜਠਰਾ ਅਗਨੀ ਦੇ ਵਿੱਚ ਤੇਰੇ ਪਾਲਣ ਵਾਸਤੇ, ਤੇਰੇ ਸਰੀਰ ਦੀ ਬਣਤਰ ਬਣਨ ਵਾਸਤੇ ਤੈਨੂੰ ਭੋਜਨ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹੁੰਚਾਉਂਦਾ ਪਿਆ। ਉਸ ਨੂੰ ਕਿਹੋ ਪੂਹੇ ਨਾ ਸਕਈ, ਜਿਸ ਨੂੰ ਆਪਣੀ ਲਿਵ ਲਾਵੇ। ਕਿਉਂਕਿ ਪਰਮਾਤਮਾ ਨੇ ਉਸ ਬੱਚੇ ਨੂੰ ਆਪਣੀ ਲਿਵ ਆਪ ਲਾਈ ਹੈ ਕਿ ਤੂੰ ਮੈਨੂੰ ਆਪਣੇ ਧਿਆਨ ਦੇ ਵਿੱਚ ਚੇਤੇ ਕਰ, ਮੈਂ ਤੈਨੂੰ ਸੇਕ ਨਹੀਂ ਲੱਗਣ ਦੇਵਾਂਗਾ। ਪ੍ਰਤਪਾਲ ਮਾਤਾ ਉਦਰ ਰਾਖੈ, ਲੱਗਣ ਦੇਤ ਨਾ ਸੇਕ। ਇਹ ਬਚਨ ਨੇ ਮਹਾਰਾਜ ਜੀਆਂ ਦੇ। ਸਤਿਗੁਰੂ ਇੱਥੇ ਕਹਿ ਰਹੇ ਨੇ, ਕਰਨਾ ਹਾਰ, ਜਿਹੜਾ ਤੈਨੂੰ ਬਣਾਉਣ ਵਾਲਾ ਹੈ। ਮਾਂ ਦੇ ਪੇਟ ਵਿੱਚ ਜਿਹਨੇ ਤੈਨੂੰ ਬਣਾਇਆ, ਤੈਨੂੰ ਭੋਜਨ ਦੇ ਕੇ ਪਾਲਿਆ ਹੈ, ਤੈਨੂੰ ਸੰਸਾਰ ਵਿੱਚ ਲੈ ਕੇ ਆਇਆ, ਅਸੀਂ ਉਹਦੀ ਗੱਲ ਕਰਦੇ ਹਾਂ ਵੀ ਉਹਦੇ ਧਿਆਨ ਨੂੰ ਧਾਰਨ ਕਰ, ਉਹਦੇ ਧਿਆਨ ਨੂੰ ਕਰਿਆ ਕਰ। ਤੇ ਸਤਿਗੁਰੂ ਉਹਦਾ ਧਿਆਨ ਕਿਵੇਂ ਹੋਵੇਗਾ? ਤੇ ਦੂਜਾ ਬਚਨ ਮਹਾਰਾਜ ਕਹਿਣ ਲੱਗੇ, ਗਾਏ। ਜਦੋਂ ਆਪਣੀ ਜ਼ੁਬਾਨ ਤੋਂ ਉਹਦਾ ਨਾਮ ਗਾਇਨ ਕਰੇਗਾ, ਜਦੋਂ ਆਪਣੀ ਜ਼ੁਬਾਨ ਤੋਂ ਉਹਦਾ ਨਾਮ ਜਪੇਗਾ। ਧਿਆਨ ਐਵੇਂ ਪ੍ਰਾਪਤ ਨਹੀਂ ਹੋ ਜਾਂਦਾ। ਧਿਆਨ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਗਾਉਣਾ ਪਵੇਗਾ, ਵਾਹਿਗੁਰੂ ਮੰਤਰ ਦਾ ਚਿੰਤਨ ਕਰਨਾ ਪਵੇਗਾ। ਧਿਆਨ ਦੀ ਇੱਕ ਸਾਧਨਾ ਹੈ। ਜਿਨ੍ਹਾਂ ਨੇ ਨਾਮ ਜਪ ਕੇ ਧਿਆਨ ਦੀ ਸਾਧਨਾ ਨੂੰ ਸਾਧਿਆ, ਉਹਨਾਂ ਦਾ ਧਿਆਨ ਪਰਮੇਸ਼ਰ ਨਾਲ ਜੁੜ ਜਾਂਦਾ ਹੈ। ਜਿਨ੍ਹਾਂ ਨੇ ਸੰਸਾਰੀ ਮੰਤਰਾਂ ਨੂੰ ਸਾਧ ਕੇ ਧਿਆਨ ਨੂੰ ਸਾਧਿਆ, ਉਹਨਾਂ ਦਾ ਧਿਆਨ ਵੀ ਸੰਸਾਰ ਵੱਲ ਹੀ ਜੁੜਿਆ ਰਹਿੰਦਾ ਹੈ। ਕਹਿਣ ਲੱਗੇ, ਇੱਕ ਸਾਧੂ ਜਿਹੜਾ ਨਾ, ਨਾਗਾ ਸਾਧੂ ਬੈਠਾ ਹੋਇਆ ਕਿਸੇ ਸੜਕ ਦੇ ਕਿਨਾਰੇ, ਤੇ ਉਹ ਇਕੱਲਾ ਹੀ ਬੈਠਾ ਹੋਇਆ ਹੱਸਦਾ ਪਿਆ, ਬੜਾ ਖੁਸ਼ ਹੁੰਦਾ ਪਿਆ, ਨੱਚਦਾ ਪਿਆ। ਤੇ ਕੋਲੋਂ ਕੋਈ ਮਹਾਤਮਾ ਲੰਘਦੇ ਪਏ ਸਨ, ਤੇ ਮਹਾਤਮਾ ਦੇ ਨਾਲ ਕੁਝ ਸੇਵਕ ਸਨ।
ਜਦੋਂ ਉਹਨਾਂ ਨੇ ਉਸ ਸਾਧੂ ਨੂੰ ਹੱਸਦੇ ਵੇਖਿਆ ਤੇ ਪੁੱਛ ਲਿਆ, ਕਹਿੰਦੇ ਜੀ ਹੱਸਦਾ ਕਿਉਂ ਪਿਆ, ਕਾਰਨ ਕੀ ਹੈ? ਤੇ ਉਹ ਜਿਹੜੇ ਮਹਾਤਮਾ ਲੰਘਦੇ ਪਏ ਕਹਿਣ ਲੱਗੇ, ਇਹਨੇ ਧਿਆਨ ਦੀ ਸਾਧਨਾ ਨੂੰ ਸਾਧਿਆ ਹੋਇਆ ਹੈ। ਇਹ ਇੱਥੇ ਬੈਠਾ ਹੋਇਆ, ਦੂਰ ਕਿਸੇ ਸ਼ਹਿਰ ਦੇ ਵਿੱਚ ਕੋਈ ਨੱਚਣ ਵਾਲੀ ਨੱਚਦੀ ਪਈ ਹੈ, ਨਿਰਤ ਕਰਨ ਵਾਲੀ ਨਿਰਤ ਕਰਦੀ ਪਈ ਹੈ। ਇਹ ਇੱਥੋਂ ਬੈਠਾ ਆਪਣੇ ਧਿਆਨ ਦੇ ਨਾਲ ਉਹਦਾ ਨਾਚ ਵੇਖਦਾ ਪਿਆ। ਧਿਆਨ ਤੇ ਉਹਨੇ ਵੀ ਸਾਧਿਆ ਹੈ, ਕਈ ਕਿਲੋਮੀਟਰ ਦੂਰ ਤੋਂ ਬੈਠਾ ਹੋਇਆ ਜਿਹੜਾ ਨਾਚ ਵੇਖਦਾ ਪਿਆ, ਧਿਆਨ ਤੇ ਸਾਧਿਆ ਹੋਇਆ, ਪਰ ਸਾਧਿਆ ਮੰਤਰਾਂ ਦੇ ਨਾਲ। ਤੇ ਮੰਤਰਾਂ ਸੰਸਾਰੀਆਂ ਦੇ ਨਾਲ, ਸੰਸਾਰੀ ਬਿਰਤੀ ਦੇ ਨਾਲ ਸਾਧਿਆ ਹੋਇਆ ਧਿਆਨ ਜਿਹੜਾ ਉਹ ਸੰਸਾਰ ਤੋਂ ਪਾਰ ਨਹੀਂ ਕਰਦਾ। ਉਹਨੇ ਧਿਆਨ ਆਪਣਾ ਨਿਰੰਕਾਰ ਨਾਲ ਨਹੀਂ ਜੋੜਿਆ, ਸਗੋਂ ਲੋਕ ਤਮਾਸ਼ੇ ਦੇਖਦਾ ਰਿਹਾ। ਮਹਾਰਾਜ ਕਹਿਣ ਲੱਗੇ, ਜਦੋਂ ਤੂੰ ਕਰਨੇ ਹਾਰ ਪ੍ਰਮਾਤਮਾ ਦੇ ਨਾਮ ਨੂੰ ਗਾਏਗਾ, ਤੇਰਾ ਧਿਆਨ ਵੀ ਉਦੋਂ ਹੀ ਜੁੜਨਾ ਹੈ, ਧਿਆਨ ਦੀ ਕਮਾਈ ਉਦੋਂ ਹੋਣੀ ਹੈ। ਪਾਉ ਨਹੀਂ ਸੁਖ ਸਹਿਜ ਆਨੰਦਾ, ਅਨਕ ਉਹੀ ਰੇ ਇੱਕ ਸਮਾਰ। ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਉਹ ਪਰਮਾਤਮਾ ਅਨੇਕਾਂ ਦੇ ਵਿੱਚ ਇੱਕ ਹੈ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਉਸ ਅਨੇਕਾਂ ਵਿੱਚ ਜਿਹੜਾ ਇੱਕ ਪਰਮਾਤਮਾ, ਉਹਦੇ ਨਾਮ ਨੂੰ ਸੰਭਾਲ, ਉਹਦੇ ਨਾਮ ਨੂੰ ਚੇਤੇ ਕਰ। ਭਾਵੇਂ ਤੁਸੀਂ 100 ਘੜਾ ਪਾਣੀ ਦਾ ਭਰ ਕੇ ਤੇ 100 ਘੜੇ ਦਾ ਮੂੰਹ ਕਰ ਦਿਓ ਸੂਰਜ ਵੱਲ, ਹਰੇਕ ਘੜੇ ਵਿੱਚ ਸੂਰਜ ਦਿਸਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਸੂਰਜ ਵੀ 100 ਹੀ ਚੜ੍ਹ ਗਿਆ, ਸੂਰਜ ਇੱਕੋ ਹੀ ਹੈ, ਪਰ ਉਸ ਇੱਕ ਸੂਰਜ ਦਾ ਪ੍ਰਤੀਬਿੰਬ ਹਰੇਕ ਘੜੇ ਵਿੱਚ ਦਿਖਾਈ ਦਿੰਦਾ। ਸੂਰਜ ਇੱਕ ਹੈ, ਦਿਸਦਾ 100 ਘੜੇ ਵਿੱਚ ਪਿਆ। ਪਰਮਾਤਮਾ ਇੱਕ ਹੈ, ਪਰ ਦਿਸਦਾ ਬੈਠਾ ਹੋਇਆ ਸਾਰਿਆਂ ਦੇ ਵਿੱਚ ਹੀ ਹੈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ, ਭਾਈ ਬਚਨ ਇਹ ਹੈ, ਅਨਕ ਉਹੀ ਰੇ ਏਕ ਸੰਭਾਰ। ਅਨੇਕਾਂ ਵਿੱਚ ਜਿਹੜਾ ਇੱਕ ਪਰਮਾਤਮਾ ਹੈ, ਅਸੀਂ ਉਸ ਦੀ ਗੱਲ ਕਰਦੇ ਪਏ ਵੀ ਉਹਦੇ ਨਾਮ ਨੂੰ ਜਪ। ਦੁਨੀਆ ਦੇ ਵਿੱਚ ਪੈਗੰਬਰ ਵੀ ਹੋਣਗੇ, ਦੁਨੀਆ ਦੇ ਵਿੱਚ ਲੋਕ ਸੰਸਾਰ ਦੇ ਵਿੱਚ ਕਈਆਂ ਨੂੰ ਮੰਨਦੇ ਨੇ। ਕੋਈ ਮੜੀ ਮਸਾਨ ਦੀ ਮੰਨਤਾ ਕਰਦਾ, ਕੋਈ ਰੁੱਖ ਬੂਟੇ ਦੀ ਮੰਨਤਾ ਕਰਦਾ ਹੈ, ਪਰ ਇੱਥੇ ਬਚਨ ਇਹ ਤਾਂ ਮਹਾਰਾਜ ਨੇ ਲਿਖਿਆ ਵੀ ਉਹ ਜਿਹੜਾ ਮੜੀ ਮਸਾਨ ਵਿੱਚ ਰਹਿਣ ਵਾਲਾ ਜਾਂ ਜਿਹਨੂੰ ਰੁੱਖ ਬੂਟੇ ਵਿੱਚ ਮੰਨਦਾ ਪਿਆ, ਉਹ ਅਨੇਕਾਂ ਦੇ ਵਿੱਚ ਉਹ ਇਕੱਲਾ ਨਹੀਂ ਹੈ। ਉਹ ਤਾਂ ਇੱਕ ਥਾਂ 'ਤੇ ਜਿੱਥੇ ਹੈ ਉੱਥੇ ਹੀ ਬੈਠਾ ਹੋਇਆ। ਕੇਵਲ ਇੱਕ ਪਰਮਾਤਮਾ ਹੈ ਜਿਹੜਾ ਅਨੇਕਾਂ ਦੇ ਵਿੱਚ ਇਕੱਲਾ ਆਪ ਸਮਾਇਆ ਹੋਇਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਦੋਂ ਉਸ ਇੱਕ ਨੂੰ ਚੇਤੇ ਕਰੇਗਾ ਫਿਰ ਭਉ ਨਾਹੀਂ, ਤੈਨੂੰ ਡਰ ਨਹੀਂ ਲੱਗੇਗਾ। ਹੁਣ ਤੇ ਡਰਦਾ ਪਿਆ ਨਾ, ਕਦੇ ਜਮਾਂ ਦਾ ਡਰ ਹੈ, ਕਦੇ ਵੱਡੇ ਦਾ ਡਰ ਹੈ, ਕਦੇ ਸਰਕਾਰ ਦਾ ਡਰ ਹੈ, ਕਦੇ ਬਿਮਾਰੀ ਦਾ ਡਰ ਹੈ। ਜਦੋਂ ਉਸ ਅਨੇਕ ਪਰਮਾਤਮਾ ਨੂੰ ਜਿਹੜਾ ਅਨੇਕਾਂ ਵਿੱਚ ਇਕੱਲਾ ਬੈਠਾ ਹੋਇਆ, ਉਹਦੇ ਨਾਮ ਨੂੰ ਜਪੇਗਾ, ਤੇਰਾ ਡਰ ਖਤਮ ਹੋ ਜਾਏਗਾ। ਤੇ ਸੁੱਖ ਸਹਿਜ, ਤੈਨੂੰ ਇਹੋ ਜਿਹਾ ਸੁੱਖ ਮਿਲੇਗਾ ਜਿਹੜਾ ਕਦੇ ਮੁੱਕੇਗਾ ਨਹੀਂ। ਇਹੋ ਜਿਹਾ ਸੁੱਖ ਮਿਲੇਗਾ ਵੀ ਤੇਰੇ ਕੋਲੋਂ ਸੁੱਖ ਮੁੱਕੇਗਾ ਨਹੀਂ। ਅਚੁੱਤ ਸੁੱਖ ਜਿਸ ਨੂੰ ਕਿਹਾ ਜਾਂਦਾ ਹੈ, ਪਰਮਾਤਮਾ ਦੇ ਨਾਮ ਨੂੰ ਧਿਆਉਣ ਦੇ ਨਾਲ ਉਹ ਮਿਲਦਾ, ਤੇ ਆਨੰਦ ਹੀ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਹਾਓ ਸਫਲ ਮੂਰਤ ਗੁਰ ਮੇਰਾ ਮਾਥੇ। ਸਤਿਗੁਰਾਂ ਦੀ ਜਿਹੜੀ ਮੂਰਤੀ ਸਰੂਪ ਹੈ ਨਾ ਭਾਈ, ਸਫਲਾ ਹੈ। ਐਸੇ ਸਫਲੇ ਸਰੂਪ ਵਾਲੇ ਸਤਿਗੁਰਾਂ ਨੇ ਜਿਹਦੇ ਸਿਰ ਦੇ ਉੱਪਰ ਹੱਥ ਰੱਖਿਆ, ਜਿਹਦੇ ਮੱਥੇ ਦੇ ਉੱਪਰ ਮਹਾਰਾਜ ਜੀ ਆਪਣਾ ਮਿਹਰ ਦਾ ਹੱਥ ਰੱਖ ਦਿੰਦੇ ਹਨ। ਜਤ ਕਤ ਪੇਖੋ ਤਤ ਤਤ ਸਾਥਾ। ਜਿੱਥੇ ਜਿੱਥੇ ਵੇਖਦੇ ਨਾ ਪਰਮਾਤਮਾ, ਉਹਨਾਂ ਨੂੰ ਉੱਥੇ ਉੱਥੇ ਹੀ ਦਿਦਾਰੇ ਬਖਸ਼ਿਸ਼ ਕਰਦਾ ਹੈ। ਤੇ ਸਿਰ ਤੇ ਹੱਥ ਰੱਖਿਆ ਨਾ ਸਾਹਿਬ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਜੀਆਂ ਨੇ ਪੰਜੋਖਰਾ ਸਾਹਿਬ ਦੀ ਧਰਤੀ ਤੇ ਇੱਕ ਛੱਜੂ ਨਾਮ ਦਾ ਝੀਵਰ, ਤੇ ਮਹਾਰਾਜ ਨੇ ਸੋਟੀ ਉਹਦੇ ਸਿਰ ਦੇ ਉੱਪਰ ਰੱਖ ਕੇ ਬਖਸ਼ਿਸ਼ ਕਰ ਦਿੱਤੀ, ਤਰਲੋਕੀ ਦਾ ਗਿਆਨ ਬਖਸ਼ ਦਿੱਤਾ। ਮਹਾਰਾਜ ਕਹਿਣ ਲੱਗੇ, ਐਸੇ ਨੇ ਸਮਰੱਥ ਸਤਿਗੁਰੂ ਜੀ, ਐਸੀ ਉਹਨਾਂ ਦੀ ਮੂਰਤੀ ਹੈ ਜਿਹਦੇ ਸਿਰ ਦੇ ਉੱਪਰ ਮਿਹਰ ਦਾ ਹੱਥ ਰੱਖ ਦਿੰਦੇ, ਬਖਸ਼ਿਸ਼ ਕਰ ਦਿੰਦੇ, ਉਹਨਾਂ ਨੂੰ ਦਾਤ ਹੀ ਮਿਲਦੀ ਹੈ। ਫਿਰ ਜਿੱਧਰ ਵੀ ਉਹ ਵੇਖਦੇ ਪਰਮਾਤਮਾ ਉੱਧਰ ਹੀ ਨਜ਼ਰ ਆਉਂਦਾ ਹੈ। ਐਸੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਮਹਾਰਾਜ ਪਹੁੰਚਾ ਦਿੰਦੇ ਨੇ। ਜਤਰ ਜਾਉ ਤਤਰ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਕੇਲਾ।
ਐਸੇ ਉਸ ਪਰਮਾਤਮਾ ਦੇ ਦਿਦਾਰੇ ਉਹਨਾਂ ਨੂੰ ਹੁੰਦੇ ਹਨ। ਚਰਨ ਕਮਲ ਮੇਰੇ ਪ੍ਰਾਣ ਆਧਾਰ। ਸਤਿਗੁਰਾਂ ਦੇ ਚਰਨ ਨੇ ਕਮਲਾਂ ਵਰਗੇ ਸੁੰਦਰ ਨੇ, ਤੇ ਮੇਰੇ ਜਿਹੜੇ ਪ੍ਰਾਣ ਨੇ ਨਾ, ਸਵਾਸ, ਮੇਰੇ ਸਵਾਸਾਂ ਨੂੰ ਕੇਵਲ ਗੁਰੂ ਦੇ ਚਰਨਾਂ ਦਾ ਹੀ ਆਸਰਾ ਹੈ। ਗੁਰੂ ਦੇ ਚਰਨ ਸੁੰਦਰ ਨੇ, ਕਮਲ ਵਰਗੇ ਨੇ। ਮੇਰੇ ਜਿਹੜੇ ਸਵਾਸਾਂ ਦੀ ਡੋਰੀ ਅੰਦਰ ਚੱਲਦੀ ਪਈ ਹੈ, ਅਸੀਂ ਸਾਹ ਲੈਂਦੇ ਹਾਂ, ਇਹਨਾਂ ਨੂੰ ਆਸਰਾ ਕੇਵਲ ਇੱਕ ਪਰਮਾਤਮਾ ਦੇ ਚਰਨਾਂ ਦਾ ਹੈ। ਸਮਰੱਥ ਅਥਾਹ ਵੱਡਾ ਪ੍ਰਭ ਮੇਰਾ। ਕਹਿਣ ਲੱਗੇ ਉਹ ਪਰਮਾਤਮਾ ਸਮਰੱਥ ਹੈ। ਅਸੀਂ ਸੰਸਾਰ ਵਿੱਚ ਕੋਈ ਕੰਮ ਕਰਨਾ ਹੋਵੇ ਤੇ ਵੇਖੀਦਾ ਮੇਰੀ ਪਹੁੰਚ ਇੱਥੋਂ ਤੱਕ ਨਹੀਂ ਹੈ, ਮੈਂ ਇੰਨਾ ਸਮਰੱਥ ਨਹੀਂ ਵੀ ਇਹ ਕੰਮ ਕਰ ਸਕਾਂ। ਫਿਰ ਆਪਣੇ ਰਿਸ਼ਤੇਦਾਰਾਂ ਵੱਲ ਨਿਗਾਹ ਮਾਰੀ ਦੀ ਹੈ ਵੀ ਕੌਣ ਹੈ ਜਿਹੜਾ ਮੇਰੀ ਮਦਦ ਕਰੇਗਾ। ਫਿਰ ਮਨ ਵਿੱਚ ਵਿਚਾਰ ਆਉਂਦਾ ਵੀ ਮੁਕੰਮਲ ਤੌਰ 'ਤੇ ਰਿਸ਼ਤੇਦਾਰ ਵੀ ਮੇਰੀ ਮਦਦ ਨਹੀਂ ਕਰ ਸਕਦਾ। ਫਿਰ ਸਰਕਾਰ ਵੱਲ ਨੂੰ ਤੁਰੀਦਾ ਵੀ ਸਰਕਾਰ ਮਦਦ ਕਰੇ, ਕਰਜ਼ਾ ਦੇ ਦੇਵੇ, ਮੇਰਾ ਇਹ ਕੰਮ ਹੋ ਜਾਵੇ। ਅਸੀਂ ਇੱਕ ਕੰਮ ਕਰਨਾ ਹੈ, ਸਾਨੂੰ ਕਈਆਂ ਦੇ ਆਸਰੇ ਤੱਕਣੇ ਪੈਂਦੇ ਨੇ। ਪਰਮਾਤਮਾ ਨੂੰ ਕੋਈ ਕੰਮ ਕਰਨ ਵਾਸਤੇ ਕਿਸੇ ਦਾ ਆਸਰਾ ਨਹੀਂ ਤੱਕਣਾ ਪੈਂਦਾ, ਕਿਉਂਕਿ ਉਹ ਖੁਦ ਸਮਰੱਥ ਹੈ। ਜੋ ਚਾਹਵੇ ਉਹ ਕਰ ਸਕਦਾ ਹੈ। ਉਹਨੂੰ ਨਹੀਂ ਵੇਖਣਾ ਪੈਂਦਾ ਵੀ ਮੈਂ ਕਿਸੇ ਪੈਗੰਬਰ ਕੋਲੋਂ ਕੁਝ ਲੈ ਕੇ ਆਵਾਂ, ਮੈਂ ਕਿਸੇ ਅਵਤਾਰ ਕੋਲੋਂ ਕੁਝ ਲੈ ਕੇ ਆਵਾਂ, ਕਿਸੇ ਦੇਵਤੇ ਦੀ ਮਦਦ ਲੈ ਲਵਾਂ ਤਾਂ ਮੈਂ ਆਹ ਕੰਮ ਕਰਾਂਗਾ। ਨਹੀਂ, ਕਿਉਂਕਿ ਉਹ ਖੁਦ ਸਮਰੱਥ ਹੈ, ਜੋ ਚਾਹਵੇ ਉਹ ਕਰ ਸਕਦਾ। ਤੇ ਦੂਜਾ ਬਚਨ ਹੈ ਅਥਾ, ਉਹਦਾ ਅੰਤ ਵੀ ਕਿਸੇ ਨੇ ਨਹੀਂ ਪਾਇਆ ਹੈ। ਤੇ ਵੱਡ ਤੋਂ ਭਾਵ ਹੈ ਵੱਡਾ। ਉਹ ਪਰਮਾਤਮਾ ਵੱਡਾ ਵੀ ਹੈ, ਬੇਅੰਤ ਵੀ ਹੈ ਤੇ ਸਮਰੱਥ ਵੀ ਹੈ, ਕਿਉਂਕਿ ਐਸੇ ਪਰਮਾਤਮਾ ਨੂੰ ਮੈਂ ਆਪਣਾ ਬਣਾਇਆ ਹੋਇਆ ਹੈ। ਘਟ ਘਟ ਅੰਤਰ ਸਾਹਿਬ ਨੇਰਾ। ਅਕਾਲ ਪੁਰਖ ਘਟਾਂ ਘਟਾਂ ਵਿੱਚ ਸਮਾਇਆ। ਘਟ ਨਾਮ ਗੁਰਮੁਖੋ ਹੁੰਦਾ ਹਿਰਦੇ ਦਾ। ਹਰੇਕ ਹਿਰਦੇ ਵਿੱਚ ਉਹ ਪਰਮਾਤਮਾ ਬੈਠਾ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਪ੍ਰਕਾਸ਼ ਰੂਪ ਹੋ ਕੇ ਹਰੇਕ ਹਿਰਦੇ ਵਿੱਚ ਬੈਠਾ। ਘਟ ਨਾਮ ਹੈ ਜਰੇ ਜਰੇ ਦਾ, ਕਣ ਕਣ ਦਾ। ਉਹ ਕਣ ਕਣ ਦੇ ਵਿੱਚ ਵੀ ਸਮਾਇਆ ਹੋਇਆ। ਘਟ ਘਟ ਸੰਤਰ ਸਾਹਿਬ ਨੇਰਾ। ਤੇ ਫਿਰ ਉਹ ਨੇੜੇ ਤੋਂ ਨੇੜੇ ਹੈ। ਉਨੀ ਨੇੜੇ ਸਾਡੇ ਮਾਂ-ਬਾਪ ਵੀ ਨਹੀਂ, ਉਨੀ ਨੇੜੇ ਸਾਡੇ ਆਪਣੇ ਹੱਥ ਪੈਰ ਵੀ ਨਹੀਂ, ਜਿੰਨੀ ਨੇੜੇ ਉਹ ਪਰਮਾਤਮਾ ਹੈ। ਇਸ ਤਰ੍ਹਾਂ ਗੁਰਮੁਖ ਉਸ ਨੂੰ ਜਾਣਦੇ ਹਨ। ਤਾਂ ਕਿ ਸਰਨ ਆਸਰ ਪ੍ਰਭ ਨਾਨਕ, ਜਾਂ ਕਾ ਅੰਤ ਨਾ ਪਾਰਾਵਾਰ। ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਮੈਂ ਤੇ ਭਾਈ ਉਹਦੀ ਸ਼ਰਨ ਤੱਕੀ ਹੈ, ਅਤੇ ਤੁਹਾਨੂੰ ਵੀ ਉਸ ਦੀ ਸ਼ਰਨ ਤੱਕਣ ਵਾਸਤੇ ਅਸੀਂ ਉਪਦੇਸ਼ ਦਿੰਦੇ ਹਾਂ, ਜਿਸ ਪਰਮਾਤਮਾ ਦਾ ਨਾ ਅੰਤ ਹੈ ਨਾ ਉਹਦਾ ਕੋਈ ਪਾਰਾਵਾਰ ਹੈ। ਅਸੀਂ ਕਿਹਦੀ ਸ਼ਰਨ ਲਈ ਹੈ? ਜੋ ਪਰਮਾਤਮਾ ਬੇਅੰਤ ਹੈ। ਤੇ ਤੁਹਾਨੂੰ ਵੀ ਉਸ ਬੇਅੰਤ ਪਰਮਾਤਮਾ ਦੇ ਨਾਲ ਜੁੜਨ ਦਾ ਉਪਦੇਸ਼ ਕਰਦੇ ਆ। ਕਹਿਣ ਲੱਗੇ ਸੁਲਹੀ ਖਾਨ ਜਦੋਂ ਫੌਜ ਲੈ ਕੇ ਆ ਰਿਹਾ ਸੀ ਨਾ ਹਰਿਮੰਦਰ ਸਾਹਿਬ ਦੇ ਉੱਪਰ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ, ਤੇ ਸੰਗਤਾਂ ਸਿੱਖਾਂ ਨੇ ਦੱਸਿਆ ਮਹਾਰਾਜ ਸੁਲਹੀ ਖਾਨ ਦਿੱਲੀ ਤੋਂ ਚੱਲਿਆ, ਬੜੀ ਵੱਡੀ ਫੌਜ ਦੀ ਟੁਕੜੀ ਲੈ ਕੇ ਆ ਰਿਹਾ ਤੁਹਾਨੂੰ ਫੜਨ ਵਾਸਤੇ। ਤੇ ਸਤਿਗੁਰੂ ਕਿਹੜਾ ਸ਼ਸਤਰ ਪਹਿਨਦੇ ਸਨ, ਜਾਂ ਮਹਾਰਾਜ ਨੇ ਕਿਹੜਾ ਸੂਰਮੇ ਰੱਖੇ ਸਨ ਜੰਗ ਕਰਨ ਵਾਸਤੇ ਗੁਰੂ ਅਰਜਨ ਦੇਵ ਜੀਆਂ ਨੇ। ਜਦੋਂ ਸਿੱਖਾਂ ਨੇ ਦੱਸਿਆ ਮਹਾਰਾਜ ਆਉਂਦਾ ਪਿਆ, ਕਹਿਣ ਲੱਗੇ ਕੋਨੀ ਆਪੇ ਅਕਾਲ ਪੁਰਖ ਵੇਖੇਗਾ। ਤੇ ਕੇਵਲ ਬਚਨ ਮੂੰਹ ਨਿਕਲਿਆ ਸੁਲਹੀ ਤੇ ਨਾਰਾਇਣ ਰਾਖ। ਇੱਧਰੋਂ ਮੁੱਖੋਂ ਬਚਨ ਨਿਕਲਿਆ ਤੇ ਉੱਧਰੋਂ ਕਹਿਣ ਲੱਗੇ ਐਡਾ ਵੱਡਾ ਜਰਨੈਲ ਜਿਹੜਾ ਦਿੱਲੀੋਂ ਫੌਜ ਲੈ ਕੇ ਤੁਰਿਆ ਸੀ ਨਾ, ਇੱਟਾਂ ਦੇ ਭੱਠੇ ਵਿੱਚ ਡਿੱਗ ਕੇ ਤੇ ਸੜ ਕੇ ਮਰਿਆ। ਮਰਿਆ ਵੀ ਅਦੋਗਤ ਹੋ ਕੇ। ਮੁਸਲਮਾਨ ਕਹਿੰਦੇ ਨੇ ਵੀ ਮੁਸਲਮਾਨ ਦੇ ਸਰੀਰ ਨੂੰ ਅੱਗ ਨਹੀਂ ਲੱਗਣੀ ਚਾਹੀਦੀ, ਪਰ ਇਹ ਮੁਸਲਮਾਨ ਹੋ ਕੇ ਇੱਟਾਂ ਦੇ ਭੱਠੇ ਵਿੱਚ ਸੜਿਆ, ਆਵੇ ਵਿੱਚ ਡਿੱਗ ਕੇ ਸੜਿਆ। ਕਿੰਨੀ ਭਿਆਨਕ ਮੌਤ ਹੋਈ ਹੈ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਭਾਈ ਸਾਨੂੰ ਤੇ ਉਹਦੀ ਆਸਰਾ ਹੈ, ਅਸੀਂ ਤੇ ਉਹਦੀ ਸ਼ਰਨ ਤੱਕੀ ਹੈ ਜਿਸ ਦਾ ਨਾ ਕੋਈ ਅੰਤ ਹੈ ਨਾ ਕੋਈ ਪਾਰਾਵਾਰ ਹੈ। ਉਹ ਪਰਮੇਸ਼ਰ ਸਾਡੀ ਰੱਖਿਆ ਕਰਦਾ ਹੈ। ਦੇਵ ਗੰਧਾਰੀ ਮਹੱਲਾ ਪੰਜਵਾ। ਉਲਟੀ ਰੇ ਮਨ ਉਲਟੀ ਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਐ ਭਾਈ ਆਪਣੀ ਬਿਰਤੀ ਨੂੰ ਸੰਸਾਰ ਵੱਲੋਂ ਉਲਟੀ ਕਰ। ਦੁਬਾਰਾ ਫਿਰ ਤੈਨੂੰ ਅਸੀਂ ਇਹ ਬਚਨ ਕਰਦੇ ਹਾਂ ਵੀ ਆਪਣੀ ਬਿਰਤੀ ਸੰਸਾਰ ਵੱਲੋਂ ਉਲਟੀ ਕਰ। ਮੋੜ ਇੱਧਰੋਂ ਸੰਸਾਰ ਵੱਲ ਤੇਰਾ ਧਿਆਨ ਲੱਗਿਆ ਹੋਇਆ।
ਸੰਸਾਰ ਵੱਲੋਂ ਧਿਆਨ ਆਪਣਾ ਹਟਾਉਣਾ ਕਰ, ਬਿਰਤੀ ਨੂੰ ਉਲਟਾਉਣਾ ਕਰ। ਸਾਖਤ ਸਿਉ ਕਰ ਉਲਟੀ ਰੇ। ਸਾਖਤ ਨੇ ਨਾ ਮਨ ਮੁਖ, ਉਹਨਾਂ ਦੇ ਵੱਲੋਂ ਵਿਸ਼ੇਸ਼ ਕਰਕੇ ਆਪਣੀ ਬਿਰਤੀ ਨੂੰ ਉਲਟਾ ਲਾ। ਪਰ ਮਾਫ ਕਰਿਓ, ਸਾਡੀ ਬਿਰਤੀ ਜਾ ਕੇ ਜੁੜਦੀ ਸਾਖਤਾਂ ਵਿੱਚ, ਜਿੱਥੇ ਚਾਰ ਬੰਦੇ ਨਿੰਦਿਆ ਕਰਦੇ ਹੋਣਗੇ ਨਾ, ਸਾਡਾ ਧਿਆਨ ਬੜਾ ਖੂਬ ਲੱਗਦਾ ਉੱਥੇ। ਫਿਰ ਘਰੋਂ ਸਾਨੂੰ ਭਾਵੇਂ ਫੋਨ ਵੀ ਆ ਜਾਵੇ ਨਾ ਵੀ ਰੋਟੀ ਬਣੀ ਹੈ ਤੇ ਛੇਤੀ ਆ ਜਾਓ, ਆਖੀਦਾ ਕੋਈ ਨਹੀਂ ਰੋਟੀ ਠੰਡੀ ਖਾ ਲਾਂਗੇ, ਪਰ ਚੁਗਲੀ ਨਹੀਂ ਛੱਡ ਸਕਦੇ ਜਿਹੜੀ ਹੁੰਦੀ ਪਈ ਹੈ। ਇਹ ਨਿੰਦਿਆ ਨਹੀਂ ਛੱਡ ਸਕਦੇ ਜਿਹੜੀ ਹੁੰਦੀ ਪਈ ਹੈ। ਪਹਿਲਾਂ ਇਹ ਕਰ ਲਈਏ ਭੋਜਨ ਤੇ ਫਿਰ ਛਕਾਂਗੇ, ਚਾਹ ਤੇ ਫਿਰ ਪੀ ਲਵਾਂਗੇ। ਜਿੱਥੇ ਕੋਈ ਦੋ ਬੰਦੇ ਨਾਮ ਜਪਦੇ ਪਏ ਨੇ, ਬਾਣੀ ਪੜ੍ਹਦੇ ਪਏ, ਉੱਥੇ ਬਹਿਣਾ ਔਖਾ। ਅਸੀਂ ਉਸਲ ਵੱਟੇ ਲੈਂਦੇ ਰਹਿੰਦੇ ਹਾਂ, ਕਦੇ ਕੰਧ ਨਾਲ ਜੁੜ ਗਿਆ, ਕਦੇ ਨੀਵੇਂ ਹੋ ਗਿਆ, ਕਦੇ ਸਿੱਧੇ ਹੋ ਗਿਆ, ਕਦੇ ਘੜੀ ਵੇਖ ਲਈ, ਕਦੇ ਜਾਣ ਦਾ ਚੇਤਾ ਆ ਗਿਆ। ਸੰਗਤ ਵਿੱਚ ਬੈਠਣਾ, ਨਾਮ ਜਪਣ ਵਾਲਿਆਂ ਵਿੱਚ ਬੈਠਣਾ ਬੜਾ ਔਖਾ ਲੱਗਦਾ ਹੈ। ਪਰ ਜੇ ਸਾਨੂੰ ਇਹੋ ਹੀ ਬਾਹਰ ਕਿਤੇ ਨਿੰਦਿਆ ਕਰਨ ਵਾਲੇ, ਚੁਗਲੀ ਕਰਨ ਵਾਲੇ ਚਾਰ ਮਿਲ ਗਏ ਤੇ ਉੱਥੇ ਖਲੋਤਿਆਂ ਵੀ ਅਸੀਂ ਕਦੇ ਨਹੀਂ ਥੱਕਾਂਗੇ, ਇੱਥੇ ਬੈਠੇ ਥੱਕਦੇ ਪਏ। ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਸਾਖਤਾਂ ਦੀ ਨਿੰਦਿਆ ਕਰਨ ਵਾਲੇ ਦੁਸ਼ਟਾਂ ਦੀ, ਪਾਪੀਆਂ ਦੀ ਸੰਗਤ ਕਰਦਾ ਹੈ, ਅਸੀਂ ਤੈਨੂੰ ਇਹ ਬਚਨ ਕਰਦੇ ਹਾਂ ਵੀ ਉਹਨਾਂ ਵੱਲੋਂ ਆਪਣੀ ਬਿਰਤੀ ਨੂੰ ਉਲਟਾਉਣਾ ਕਰ। ਸਾਖਤਾਂ ਦੀ ਸੰਗਤ ਨਾ ਕਰਿਆ ਕਰ, ਮਨਮੁਖ ਦੀ ਸੰਗਤ ਨਾ ਕਰ, ਆਪਣੀ ਬਿਰਤੀ ਨੂੰ ਮੋੜ। ਉਲਟੀ ਰੇ ਮਨ, ਉਲਟੀ ਰੇ ਐ ਮਨਾ, ਆਪਣੀ ਬਿਰਤੀ ਨੂੰ ਉਲਟਾ ਸੰਸਾਰ ਦੇ ਵੱਲੋਂ, ਸੰਸਾਰ ਦੇ ਵੱਲ ਨਾ ਜਾਣ ਦੇ। ਬੁੱਲੇ ਸ਼ਾਹ ਨੇ ਬਚਨ ਲਿਖਿਆ, ਕਹਿਣ ਲੱਗੇ, ਮੈਂ ਆਪਣੇ ਗੁਰੂ ਦੇ ਕੋਲ ਗਿਆ, ਮੁਰਸ਼ਦ ਦੇ ਕੋਲ ਗਿਆ, ਮੈਂ ਆਖਿਆ ਜੀ ਮੈਂ ਰੱਬ ਨੂੰ ਪਾਉਣਾ ਹੈ। ਤੇ ਜਦੋਂ ਮੈਂ ਇਹ ਸਵਾਲ ਕੀਤਾ ਨਾ, ਤੇ ਕਹਿਣ ਲੱਗੇ ਵੀ ਉਹ ਜਿਹੜਾ ਨਾ ਪਿਆਜ਼ ਦਾ ਜਿਹੜਾ ਕਾਣਾ ਹੈ ਉਹ ਲਾਉਂਦੇ ਪਏ ਸਨ। ਪਿਆਜ਼ ਪਹਿਲਾਂ ਇੱਕ ਥਾਂ 'ਤੇ ਲਾਉਣਾ ਪੈਂਦਾ, ਫਿਰ ਉਸ ਤੋਂ ਪੱਟ ਕੇ ਦੂਜੀ ਥਾਂ 'ਤੇ, ਜਿਵੇਂ ਆਪਾਂ ਝੋਨਾ ਲਾਉਂਦੇ ਹਾਂ। ਜਦੋਂ ਸਵਾਲ ਇਹ ਕੀਤਾ ਨਾ ਵੀ ਮੈਂ ਰੱਬ ਨੂੰ ਪਾਉਣਾ, ਤੇ ਕਹਿਣ ਲੱਗੇ ਉਹਨਾਂ ਰੰਬੀ ਦੇ ਨਾਲ ਪਿਆਜ਼ ਦਾ ਕੰਨ ਪੁੱਟਿਆ ਤੇ ਦੂਜੇ ਹੱਥ ਲਿਆ ਕੇ ਲਾ ਦਿੱਤਾ, ਤੇ ਨਾਲੇ ਆਖਿਆ, ਕਹਿਣ ਲੱਗੇ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪਟਣਾ ਤੇ ਇੱਧਰ ਲਾਉਣਾ। ਬੁੱਲਿਆ ਰੱਬ ਦਾ ਕੀ ਪਾਉਣਾ ਹੈ, ਬਸ ਇੱਧਰੋਂ ਧਿਆਨ ਪੱਟ, ਸੰਸਾਰ ਵੱਲੋਂ ਧਿਆਨ ਨੂੰ ਪੱਟ ਲੈ। ਜਿਵੇਂ ਮੈਂ ਕੰਨ ਪੱਟਿਆ ਪਿਆਜ਼ ਦਾ, ਇਹਨੂੰ ਪੱਟ ਕੇ ਦੂਜੇ ਬੰਨੇ ਲਾਇਆ, ਇਹਨੂੰ ਮੋਟਾ ਪਿਆਜ਼ ਗੰਢਾ ਬਣੇਗਾ ਤੇ ਕੰਮ ਆਵੇਗਾ। ਜੇ ਇੱਥੇ ਰਹਿ ਜਾਂਦਾ ਤੇ ਇਹਨੇ ਵਧਣਾ ਫੁੱਲਣਾ ਕੋਈ ਨਹੀਂ ਸੀ। ਜਿਵੇਂ ਅਸੀਂ ਪਿਆਜ਼ ਦੇ ਕੰਨ ਨੂੰ ਪੱਟ ਕੇ ਇੱਕ ਪਾਸਿਓਂ ਦੂਜੇ ਪਾਸੇ ਲਾਇਆ ਹੈ, ਜਿਵੇਂ ਝੋਨੇ ਦੀ ਪਨੀਰੀ ਨੂੰ ਪੱਟ ਕੇ ਲੋਕ ਦੂਜੇ ਪਾਸੇ ਲਾ ਕੇ ਫਸਲ ਲੈਂਦੇ ਨੇ, ਕਹਿੰਦੇ ਬਸ ਸਮਝਣ ਵਾਲੀ ਗੱਲ ਇੰਨੀ ਹੈ, ਇੱਧਰੋਂ ਪਟਣਾ ਤੇ ਇੱਧਰ ਲਾਉਣਾ। ਸੰਸਾਰ ਵੱਲੋਂ ਪੱਟ ਤੇ ਨਿਰੰਕਾਰ ਦੇ ਵੱਲ ਮਨ ਨੂੰ ਲਾ ਦੇ, ਰੱਬ ਮਿਲ ਜਾਏਗਾ। ਸਤਿਗੁਰੂ ਫਿਰ ਬਖਸ਼ਿਸ਼ ਕਰਦੇ ਹਨ, ਸਾਖਤ ਸਿਉ ਕਰ ਉਲਟੀ ਰੇ, ਉਲਟੀ ਰੇ ਮਨ ਉਲਟੀ ਰੇ। ਮਹਾਰਾਜ ਕਹਿਣ ਲੱਗੇ, ਭਾਈ ਜਿਨ੍ਹਾਂ ਮਹਾਂਪੁਰਖਾਂ ਦੀ ਬਿਰਤੀ ਸੰਸਾਰ ਵੱਲੋਂ ਉਲਟ ਹੋਈ ਹੈ, ਜਿਨ੍ਹਾਂ ਨੇ ਨਾਮ ਜਪ ਕੇ ਸੰਸਾਰ ਵੱਲੋਂ ਆਪਣੀ ਬਿਰਤੀ ਨੂੰ ਰੋਕ ਲਿਆ ਹੈ, ਸੰਸਾਰ ਵੱਲੋਂ ਆਪਣੇ ਮਨ ਨੂੰ ਮੋੜ ਲਿਆ ਹੈ, ਉਲਟੀ ਰੇ ਮਨ ਉਲਟੀ ਰੇ। ਅਤੇ ਉਹ ਸਾਧੂ ਇੰਨੇ ਸਮਰੱਥ ਨੇ ਵੀ ਆਪਣੇ ਜਗਿਆਸੂਆਂ ਦੀ, ਆਪਣੇ ਸੇਵਕਾਂ ਦੀ ਬਿਰਤੀ ਵੀ ਸੰਸਾਰ ਵੱਲੋਂ ਮੋੜਨ ਦੇ ਸਮਰੱਥ ਨੇ। ਜਿਹੜਾ ਉਹਨਾਂ ਦਾ ਚੇਲਾ ਬਣ ਜਾਂਦਾ ਨਾ, ਸੇਵਕ ਬਣ ਜਾਂਦਾ, ਉਹਦੀ ਬਿਰਤੀ ਵੀ ਸੰਸਾਰ ਵੱਲੋਂ ਮੋੜ ਕੇ ਨਿਰੰਕਾਰ ਦੇ ਵੱਲ ਲੈ ਜਾਂਦੇ ਹਨ। ਸਾਖਤ ਸਿਉ ਕਰ ਉਲਟੀ ਰੇ। ਅਸੀਂ ਬਚਨ ਤੈਨੂੰ ਇਹ ਕਹਿੰਦੇ ਹਾਂ ਵੀ ਸਾਧੂ ਦੀ ਸੰਗਤ ਕਰੇਗਾ, ਸੰਸਾਰ ਦੀ ਬਿਰਤੀ ਪੱਟ ਕੇ ਨਿਰੰਕਾਰ ਵੱਲ ਸਾਧੂ ਤੇ ਲਾ ਦੇਵੇਗਾ। ਪਰ ਜੇ ਮਨਮੁਖ ਦੀ ਸੰਗਤ ਕਰੇਗਾ, ਨਿਰੰਕਾਰ ਦੇ ਵੱਲ ਲੱਗਿਆ ਹੋਇਆ ਧਿਆਨ ਵੀ ਉਹ ਤੋੜ ਕੇ ਤੈਨੂੰ ਸੰਸਾਰ ਵੱਲ ਲੈ ਆਏਗਾ। ਇਸ ਕਰਕੇ ਅਸੀਂ ਆਖਦੇ ਹਾਂ ਕਿ ਸਾਖਤ ਪੁਰਸ਼ ਦੀ ਸੰਗਤ ਵੱਲੋਂ ਆਪਣੀ ਬਿਰਤੀ ਨੂੰ ਉਲਟਾਉਣਾ ਕਰ, ਉਲਟਾਉਣਾ ਕਰ। ਫਿਰ ਫਰਮਾਉਂਦੇ ਹਨ, ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਬਖਸ਼ਿਸ਼ ਕਰਦੇ, ਕਹਿਣ ਲੱਗੇ, ਸਾਖਤ ਵੱਲੋਂ ਮਨ ਆਪਣਾ ਇਸ ਤਰ੍ਹਾਂ ਮੋੜ ਲੈ ਜਿਵੇਂ ਸਾਨੂੰ ਉਲਟੀ ਉੱਪਰ ਛਾਲ ਆਉਂਦਾ ਹੈ, ਤੇ ਸਾਡੇ ਪੇਟ ਦੀ ਗੰਦਗੀ ਜਿਹੜੀ ਹੈ ਉਲਟੀ ਦੇ ਨਾਲ ਬਾਹਰ ਆ ਜਾਂਦੀ ਹੈ। ਮਨਮੁਖ ਬੰਦੇ ਦੀ ਸੰਗਤ ਜਿਹੜੀ ਹੈ ਨਾ, ਉਸ ਗੰਦਗੀ ਵਰਗੀ ਹੈ ਜਿਹੜੀ ਤੈਨੂੰ ਸੰਸਾਰ ਵੱਲ ਲੈ ਕੇ ਆਵੇਗੀ। ਇਸ ਕਰਕੇ ਜਿਵੇਂ ਉੱਪਰ ਛਾਲ ਨੂੰ ਛੱਡਿਆ ਹੈ, ਇਸੇ ਤਰ੍ਹਾਂ ਮਨਮੁਖ ਬੰਦੇ ਦੀ ਸੰਗਤ ਛੱਡ ਦੇ ਭਾਈ, ਉਹਦੇ ਤੋਂ ਦੂਰ ਹੋ ਜਾਣਾ ਕਰ।
कबीर साकत संग न कीजिए, दूरह जाइए भाग, बासन कारो परसीए, तो कछ लागै दाग। सतगुरु पातशाह कहन लगे साकत बंदे दी संगत ना कर, उन्होंने दूरों वेख के रस्ता छड्ड के परे हो जा, क्योंकि वह लंघदा होया भी कोई ना कोई मनमुखताई का बचन करेगा। तो भगतां ने बड़े सोहने दृष्टांत दिते ने, कहन लगे भी केला ते बेरी दा रुख कट्ठे जम पै, कट्ठे उग पै। जदों थोड़े जे वड्डे होए, थोड़ी जी हवा आई है तो केले दे रुख का मन किया भी हवा आउंदी है तो मैं थोड़ा जिहा हिल लवां, थोड़े जे पत्ते हिलावां, अपने थोड़ा जिहा झूम लवां, खुशी मनावां भी हवा चलती पई है। केले दे पत्ते ने वड्डे ते बेरी दे कंडे ने तिखे। तो जदों हवा का बुला आया तो पत्ता हिलिया केले का, तो पत्ता वजा बेर दे नाल, क्योंकि नाल बेर जू संगत जू एक दूजे की करते पे। तो बेरी दे कंडियां ने उस वेले केले दे पत्ते चीर के रख दिते, पाड़ के रख दिते। कहन लगे इस तरह मनमुख की संगत ते बेरी दे कंडे वर्गी है। वो गुरमुख जे कोई खुशी दे विच कोई चंगा कार्य करन भी लगता है, कोई चलन भी लगता, तो वह कंडा चुभ जाता, उस वेले रोक लेंदा। तां उन्होंने बचन लिखिया है, कहन लगे केले निकट जो बेर, ओह झूला ओह चीरी है, साकत संग ना हेर। साकत बंदे वाल ते वेखना, संगत करनी दूर दी गल है, कोल बैठना तो दूर दी गल है। साकत संग ना हेर, हेर तो भाव आउंदा वेखना। जे कोई बंदा रब नाल टुटिया आउंदा पिया, तूं उहदे वल वेख भी ना, वेखना भी उहदे वल्ले पाप है, क्योंकि कुछ ना कुछ वो तैनूं करके दस के जाएगा। इस करके पातशाह जी कहन लगे साकतां दे नालों बिरती नूं तोड़ना कर। झूठे कीरे झूठ प्रीत, छुटकीरे मन छुटकीरे। पातशाह कहन लगे झूठे बंदे दी प्रीति भी झूठी है। जिहड़ा बंदा मूँह तो झूठ बोलदा वो दिल तो भी झूठा है, तो उसकी प्रीति भी झूठी है। एक बारी तुहानूं कहेगा जरूर भी तेरे बदले तो मैं बड़ा कुछ कर देंगा, मैं कर सकदा हाँ, तैनूं विश्वास विच लै लैगा। पर जदों तैनूं उहने डंग मार लिया, अपना मतलब कढ़ लिया ना, तो उसकी प्रीति उस वेले झूठी पै जाएगी, फिक्की पै जाएगी, वो परे हो जाएगा। गुरु ग्रंथ साहिब पातशाह महाराज ऐसे गुरु ने, ऐसी इन्हां दी बाणी है, जे असीं सुणीए ना भावना दे नाल ते कमाई करिए तो सानू संसार विच कोई ठग नहीं सकदा, कोई छल नहीं सकदा। पर जदों असीं बाणी तो दूर हो गए, गुरु के उपदेश तो दूर हो गए, झूठियां बंदियां दी झूठी प्रीति विच पै के असीं फस जांदे, ना परिवार दे रह ना संसार दे रह। सतगुरु पातशाह कहन लगे झूठे कीरे झूठ प्रीत, झूठे बंदे दी प्रीति भी झूठी है। इस करके बचन तेरे नाल करदे हाँ, छुटकी रे मन छुटकी रे। ऐसे मनमुख बंदियां दे नालों अपनी बिरती नूं छुटका के परे कर ला, परे कर ला, दूर कर लेना कर। साकत संग ना छुटकी रे। साकत जेड़े पुरुष ने उन्हां दे नालों जे तू बिरती नूं नहीं ना छुड़ावेंगा, नहीं ना दूर करेंगा, तो फिर तू जमा दे कोलों भी छुट नहीं सकता। जे साकत दे नालों कई बारी बंदा यह गल कहता है तो मेरा बड़ा मित्र है आ मनमुख, है आ पापी, मैनू पता भी ये पाप करदा, मैनू पता भी ये मनमुख है, मैनू पता भी ये है बंदा माड़ा, पर मेरा तो प्रेम ही ये नाल इन्ना भी मैं इनू छड्ड ही नहीं सकता। महाराज कहन लगे जे तू उन्होंने नहीं ना छड्डेगा तो फिर तैनू जम भी नहीं छड्डणगे। उन्होंने आखना भी असीं तैनू भी नहीं छड्ड सकते। इस करके मनमुख की संगत की प्रीति नूं छड्डना कर। फिर फरमाउंदे हन साकत संग ना छुटकी रे। पातशाह कहन लगे झूठे कीरे झूठ प्रीत, छुटकी रे मन छुटकी रे। जेड़े साधु ने ना उन्होंने जान लिया संसार के पदार्थ झूठे ने, असी समझिया सच्चे ने, असी इकट्ठे करते पे हाँ, पर साधु कहते भी ये पदार्थ झूठे ने, नासवंत ने। इस करके उन्होंने संसार के पदार्थों को झूठे जान के तो छड्ड दिता। जेड़े ऐसे साधुओं की संगत नाल जुड़नगे संसार तो तर जाणगे, पर जेड़े झूठे पदार्थों को सच्चा जान के अपने विच लै आउणगे, उन्हां विच लग जाणगे, वो संसार तो छुटणगे नहीं, ना ही वो जमा तो छुटणगे, सगों जमा दे वस पै जाणगे। साहिब गुरु तेग बहादुर महाराज जी ऐसे गुरु ने, ऐसे वैरागी ने
ਜਿਨ੍ਹਾਂ ਨੂੰ ਪਤਾ, ਜਿਨ੍ਹਾਂ ਨੇ ਉਪਦੇਸ਼ ਦਿੱਤਾ ਵੀ ਸੰਸਾਰ ਦੇ ਪਦਾਰਥ ਝੂਠੇ ਨੇ। ਇੱਕ ਪਿੰਡ ਵਿੱਚ ਗਏ ਮਹਾਰਾਜ ਤੇ ਬੜੀ ਸੰਗਤ ਆਈ ਮੱਥਾ ਟੇਕਣ ਵਾਸਤੇ। ਬੜਾ ਧਨ ਮਹਾਰਾਜ ਦੇ ਅੱਗੇ ਚੜ੍ਹਿਆ ਤੇ ਸਤਿਗੁਰੂ ਜਦੋਂ ਜਾਣ ਲੱਗੇ ਨਾ ਤੇ ਮਹਾਰਾਜ ਨੇ ਉਹ ਧਨ ਇੱਕ ਪਿੰਡ ਦੇ ਜ਼ਿਮੀਂਦਾਰ ਨੂੰ ਦਿੱਤਾ। ਕੋਲ ਬੈਠਦਾ ਸੀ ਮਹਾਰਾਜ ਦੇ, ਰੋਜ਼ ਆ ਕੇ ਬੜੀਆਂ ਮਿੱਠੀਆਂ ਚੰਗੀਆਂ ਗੱਲਾਂ ਕਰਦਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਆਹ ਧਨ ਸਾਡੇ ਕੋਲੋਂ ਲੈ ਲਾ। ਪਿੰਡ ਦੇ ਵਿੱਚ ਇੱਕ ਖੂਹ ਲਵਾ ਸੰਗਤ ਦੇ ਪਾਣੀ ਪੀਣ ਵਾਸਤੇ, ਇੱਕ ਬਾਗ ਲਵਾ ਲੋਕਾਂ ਦੇ ਬੈਠਣ ਵਾਸਤੇ, ਜਿੱਥੋਂ ਫਲ ਵੀ ਪ੍ਰਾਪਤ ਹੋਣ ਤੇ ਪੰਛੀਆਂ ਨੂੰ ਵੀ ਜਗ੍ਹਾ ਮਿਲੇ ਬੈਠਣ ਦਾ, ਆਲ੍ਹਣਾ ਮਿਲ ਜਾਵੇ। ਇੱਕ ਸੋਹਣੀ ਜੀ ਧਰਮਸ਼ਾਲਾ ਬਣਾ ਤਾਂ ਕਿ ਆਏ ਗਏ ਸਾਧੂ ਉਸ ਵਿੱਚ ਬੈਠ ਸਕਣ, ਉਹ ਨਾਮ ਜਪਣਗੇ, ਤੁਹਾਡੇ ਪਿੰਡ ਦਾ ਭਲਾ ਹੋਵੇਗਾ। ਮਹਾਰਾਜ ਸੰਸਾਰ ਦੀ ਪ੍ਰੀਤੀ ਨੂੰ ਛੱਡੀ ਬੈਠੇ ਨਾ, ਨਿਰੰਕਾਰ ਦੇ ਨਾਲ ਜੁੜੇ ਹੋਏ, ਮਾਇਆ ਦੀ ਤੇ ਉਹਨਾਂ ਨੂੰ ਕੋਈ ਲਗਨ ਹੈ ਹੀ ਨਹੀਂ ਹੈ। ਜਦੋਂ ਮਾਇਆ ਬਹੁਤੀ ਉਸ ਜ਼ਿਮੀਂਦਾਰ ਨੂੰ ਦਿੱਤੀ ਤੇ ਨਾਲ ਹੀ ਬਚਨ ਕੀਤਾ। ਮਹਾਰਾਜ ਕਹਿੰਦੇ ਵੇਖੀ ਕਿਤੇ ਮਾਇਆ ਘਰੇ ਨਾ ਰੱਖ ਲਵੇਂ, ਜੇ ਘਰੇ ਰੱਖ ਲਈ ਤੇ ਤੂੰ ਵੀ ਨਹੀਂ ਰਵੇਂਗਾ ਔਰ ਤੇਰੇ ਜਿਨ੍ਹਾਂ ਵਾਸਤੇ ਰੱਖੇਂਗਾ ਉਹ ਵੀ ਨਹੀਂ ਰਹਿਣਗੇ। ਹੁਣ ਮਾਇਆ ਲੈ ਲਈ, ਮਹਾਰਾਜ ਚਲੇ ਗਏ। ਜਦੋਂ ਚਲੇ ਗਏ ਤੇ ਬਾਅਦ ਵਿੱਚ ਸੋਚਣ ਲੱਗ ਪਿਆ, ਕਹਿਣ ਲੱਗਾ ਵੀ ਮਾਇਆ ਦੇ ਨਾਲ ਮੈਂ ਖੇਤ ਖਰੀਦ ਸਕਦਾ, ਜਗੀਰਦਾਰ ਬਣ ਸਕਦਾ, ਅਮੀਰ ਬਣ ਸਕਦਾ। ਜਦੋਂ ਇਹ ਧਿਆਨ ਆਉਂਦਾ ਫਿਰ ਇਹ ਵੀ ਗੱਲ ਚੇਤੇ ਆਉਂਦੀ ਹੈ ਵੀ ਮਹਾਰਾਜ ਨੇ ਆਖਿਆ ਵੀ ਤੇਰਾ ਰਹਿਣਾ ਕੁਝ ਨਹੀਂ ਹੈ ਜੇ ਤੂੰ ਆਪਣੇ ਕੰਮ ਵਾਸਤੇ ਖਰਚੇਂਗਾ, ਪਰ ਜੇ ਮੈਂ ਲੋਕ ਭਲਾਈ ਵਾਸਤੇ ਖਰਚਦਾ ਤੇ ਫਿਰ ਮੈਨੂੰ ਇਹਦਾ ਕੀ ਲਾਭ ਹੋਣਾ, ਕਿਉਂਕਿ ਉਹ ਸਾਖਤ ਪੁਰਸ਼ ਹੈ, ਮੋਹ ਛੱਡ ਨਹੀਂ ਸਕਦਾ। ਕਈ ਦਿਨ ਸੋਚਦਾ ਰਿਹਾ ਵੀ ਮੈਂ ਕੀ ਕਰਾਂ। ਇੱਕ ਦਿਨ ਮਨ ਵਿੱਚ ਵਿਚਾਰ ਆਈ, ਕਹਿਣ ਲੱਗਾ ਮਹਾਰਾਜ ਨੇ ਖੂਹ ਲਾਉਣ ਵਾਸਤੇ ਆਖਿਆ, ਮੈਂ ਖੂਹ ਲਾਉਂਦਾ ਹਾਂ ਪਰ ਲਾਵਾਂਗਾ ਆਪਣੇ ਖੇਤ ਵਿੱਚ ਜਾ ਕੇ। ਹੁਣ ਮੈਂ ਖੂਹ ਵੀ ਲਾ ਦਿੱਤਾ, ਮਹਾਰਾਜ ਵੱਲੇ ਵੀ ਸੱਚਾ ਹੋ ਜਾਵਾਂਗਾ ਤੇ ਉਹ ਖੂਹ ਦਾ ਪਾਣੀ ਮੇਰੇ ਖੇਤਾਂ ਨੂੰ ਮਿਲੇਗਾ, ਮੇਰੇ ਖੇਤ ਹਰੇ ਭਰੇ ਹੋ ਜਾਣਗੇ। ਖੂਹ ਲਾਉਣਾ ਪਿੰਡ ਦੇ ਵਿੱਚ ਜਿੱਥੇ ਲੋਕ ਲੈਂਦੇ ਨੇ, ਖੇਤ ਵਿੱਚ ਜਾ ਕੇ ਕੌਣ ਇੰਨੀ ਦੂਰ ਜਾਵੇ, ਕਿਵੇਂ ਪਾਣੀ ਲੈ ਕੇ ਆਵੇ। ਪਰ ਇਹ ਵਿਚਾਰ ਕਰਕੇ ਖੇਤਾਂ ਵਿੱਚ ਖੂਹ ਲਾਉਣ ਲੱਗ ਪਿਆ। ਕਾਰੀਗਰ ਮੰਗਾਏ, ਦਿਹਾੜੀਦਾਰ ਮੰਗਾਏ, ਜੋ ਚਾਹੀਦਾ ਉਹ ਸਭ ਕੁਝ ਮੰਗਾਇਆ, ਪੈਸੇ ਖਰਚੇ। ਖੂਹ ਦੀ ਸ਼ੁਰੂਆਤ ਹੋਈ ਹੈ, ਖੂਹ ਬਣਾਉਂਦਾ ਗਿਆ, ਪੈਸੇ ਖਰਚਦਾ ਗਿਆ, ਪਰ ਖੂਹ ਦੇ ਥੱਲਿਓਂ ਪਾਣੀ ਨਾ ਮਿਲਿਆ। ਸਾਰੀ ਮਿਹਨਤ ਮਸ਼ੱਕਤ ਕੀਤੀ, ਚਲੇਗੀ ਪਰ ਪਾਣੀ ਨਾ ਮਿਲਿਆ ਤੇ ਧਨ ਖਰਚ ਬੈਠਾ। ਹੁਣ ਗੁਰੂ ਵੱਲੋਂ ਵੀ ਬੇਮੁਖ ਹੋ ਗਿਆ, ਮਾਇਆ ਵੀ ਲੱਗ ਗਈ। ਤੇ ਵਿਦਵਾਨ ਕਹਿੰਦੇ ਨੇ ਵੀ ਉਸ ਨਗਰ ਦੇ ਵਿੱਚ ਜਿੱਥੇ ਮਹਾਰਾਜ ਨੇ ਚਰਨ ਪਾਏ ਸਨ, ਅੱਜ ਵੀ ਉਹ ਖਾਲੀ ਖੂਹ ਲੋਕ ਵੇਖਦੇ ਨੇ। ਤੇ ਉਸ ਜ਼ਿਮੀਂਦਾਰ ਦਾ ਕੋਈ ਪਰਿਵਾਰ ਦੇ ਵਿੱਚੋਂ, ਕੋਈ ਖਾਨਦਾਨ ਵਿੱਚੋਂ ਰਿਹਾ ਨਹੀਂ, ਨਾ ਖੂਹ ਸਾਂਭਣ ਵਾਲਾ, ਨਾ ਜ਼ਮੀਨ ਸਾਂਭਣ ਵਾਲਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਹੜੇ ਸਾਧੂ ਨੇ ਨਾ, ਉਹਨਾਂ ਨੇ ਸੰਸਾਰ ਦੀ ਪ੍ਰੀਤੀ ਨੂੰ, ਸੰਸਾਰ ਦੇ ਧਨ ਦੇ ਮੋਹ ਨੂੰ ਛੱਡਿਆ ਹੋਇਆ। ਇਸ ਕਰਕੇ ਉਹ ਸੰਸਾਰ ਤੋਂ ਆਪ ਤੇ ਛੁੱਟੇ ਨੇ। ਇਹ ਉਪਦੇਸ਼ ਦੇ ਕੇ ਕਈਆਂ ਨੂੰ ਛੁਡਾ ਲੈਂਦੇ ਨੇ, ਪਰ ਜਿਹੜੇ ਸਾਖਤ ਨੇ ਨਾ ਮਨਮੁਖ, ਉਹ ਪ੍ਰੀਤੀ ਨਹੀਂ ਛੱਡ ਪਾਉਂਦੇ। ਜਿਹੜੇ ਧਨ ਦੀ ਪ੍ਰੀਤੀ ਨੂੰ ਨਹੀਂ ਛੱਡ ਪਾਉਂਦੇ ਫਿਰ ਉਹਨਾਂ ਨੂੰ ਜਮ ਵੀ ਨਹੀਂ ਛੱਡ ਪਾਉਂਦੇ, ਜਮ ਵੀ ਉਹਨਾਂ ਨੂੰ ਲੈ ਜਾਂਦੇ ਹਨ। ਰਾਉ ਜੋ ਕਾਜਰ ਭਰ ਮੰਦਰ ਰਾਖਿਓ, ਜੋ ਪੈਸਾ ਕਾਲੂ ਖੀਰੇ। ਗੁਰੂ ਇੱਕ ਉਦਾਹਰਨ ਦਿੰਦੇ ਨੇ। ਕਾਜਲ ਤੋਂ ਭਾਵ ਹੁੰਦਾ ਕੱਜਲ, ਸੁਰਮਾ ਜਿਹੜਾ ਅੱਖਾਂ ਵਿੱਚ ਪਾਈਦਾ, ਜਾਂ ਆਪਾਂ ਕੱਜਲ ਤੋਂ ਭਾਵ ਲੈ ਸਕਦੇ ਹਾਂ ਕਾਲਖ, ਤਵੇ ਦੇ ਪਿੱਛੇ ਜੋ ਲੱਗਿਆ ਹੋਇਆ ਧੂਆਂ ਹੈ। ਕਾਜਲ ਤੋਂ ਭਾਵ ਹੈ ਸੁਆਹ। ਕਹਿਣ ਲੱਗੇ ਜੀ ਇੱਕ ਕਮਰਾ ਪੂਰੇ ਦਾ ਪੂਰਾ ਸੁਆਹ ਦਾ ਭਰ ਕੇ ਰੱਖ ਲਵੋ, ਜਿਉ ਮੰਦਰ ਭਰ, ਜਿਸ ਤਰ੍ਹਾਂ ਕਹਿਣ ਲੱਗੇ ਜੋ ਕਾਜਲ ਪਰ ਮੰਦਰ ਰੱਖਿਓ, ਸੁਆਹ ਦਾ ਭਰ ਕੇ ਕਮਰਾ ਤੇ ਰੱਖ ਲਿਆ। ਜੋ ਪੈਸੇ ਜਿਹੜਾ ਉਸ ਕਮਰੇ ਦੇ ਵਿੱਚ ਜਾਏਗਾ, ਸੋ ਕਾ ਲੁਖੀ ਰੇ, ਉਹਨੂੰ ਉਸ ਕਮਰੇ ਦੀ ਸੁਆਹ ਲੱਗਣੀ ਹੈ। ਬੰਦਾ ਚਿੱਟੇ ਕੱਪੜੇ ਪਾ ਕੇ ਨਹਾ ਧੋ ਕੇ ਆਖੇ ਵੀ ਕਾਲਖ ਵਾਲੇ ਕਮਰੇ 'ਚ ਜਾਣਾ ਤੇ ਮੈਂ ਉਸੇ ਤਰ੍ਹਾਂ ਦਾ ਸਾਫ਼ ਹੀ ਬਾਹਰ ਨਿਕਲਾਂ, ਨਹੀਂ ਨਿਕਲੇਗਾ। ਕਿਸੇ ਨਾ ਕਿਸੇ ਕੋਨੇ ਤੋਂ ਉਹਨੂੰ ਕਾਲਖ ਲੱਗ ਜਾਣੀ ਹੈ। ਬਾਸਨ ਕਾਰੋ ਪਰਸੀਐ ਤੋ ਕਛ ਲਾਗੈ ਦਾਗ। ਕਾਲਾ ਭਾਂਡਾ ਜਿਹੜਾ ਚੁੱਲ੍ਹੇ 'ਤੇ ਪਿਆ ਰਹਿੰਦਾ, ਸਵਾਹ ਦੇ ਨਾਲ, ਧੂਏ ਦੇ ਨਾਲ ਕਾਲਾ ਹੋ ਗਿਆ। ਤੇ ਚੌਂਕੇ ਵਿੱਚ ਰਹਿਣ ਵਾਲੀ ਬੀਬੀ ਜਿਹੜੀ ਹੈ, ਉਹ ਜਿੰਨਾ ਮਰਜ਼ੀ ਆਪਣਾ ਬਚਾਅ ਕਰੇ ਵੀ ਇਸ ਭਾਂਡੇ ਤੋਂ ਬਚਾਅ ਕਰਨਾ, ਪਰ ਜੇ ਉਹਦੇ ਲਾਗਿਓਂ ਵੀ ਲੰਘੀ ਤਾਂ ਵੀ ਉਹ ਕਾਲਖ ਲਾਵੇਗਾ। ਸਤਿਗੁਰੂ ਕਹਿੰਦੇ ਉਦਾਹਰਣ ਹੈ
ਹੁਣ ਮਹਾਰਾਜ ਫਰਮਾਉਂਦੇ ਹਨ, ਜੋ ਕਾਜਰ ਭਰ ਮੰਦਰ ਰਾਖਿਓ, ਜੋ ਪੈਸੇ ਕਾਲੂ ਖੀਰੇ। ਮੰਦਰ ਕੀ ਹੈ ਗੁਰਮੁਖੋ? ਮੰਦਰ ਹੈ ਇਹ ਸੰਸਾਰ ਜਿਹਦੇ ਵਿੱਚ ਅਸੀਂ ਆ ਕੇ ਪਏ ਹੋਏ ਹਾਂ। ਇਸ ਸੰਸਾਰ ਵਿੱਚ ਕਾਲਖ ਕੀ ਹੈ? ਜਿਹੜੇ ਪਰਮਾਤਮਾ ਨੇ ਪਦਾਰਥ ਬਣਾਏ ਹੋਏ ਨੇ, ਤੇ ਜਿਹੜਾ ਇਹਨਾਂ ਪਦਾਰਥਾਂ ਦੇ ਮੋਹ ਵਿੱਚ ਪੈ ਗਿਆ ਨਾ, ਉਹਨੂੰ ਕਲੰਕ ਰੂਪੀ ਜਿਹੜਾ ਦਾਗ ਹੈ ਉਹ ਲੱਗ ਜਾਣਾ ਹੈ। ਜਿਹੜਾ ਸੰਸਾਰ ਦੇ ਵਿੱਚ ਆ ਕੇ ਸੰਸਾਰ ਦੇ ਪਦਾਰਥਾਂ ਵਿੱਚ ਪੈ ਗਿਆ, ਉਹਦੇ ਕਲੰਕ ਰੂਪੀ ਦਾਗ ਲੱਗਣਾ ਹੀ ਲੱਗਣਾ ਹੈ। ਕਦੇ ਕਿਸੇ ਤੋਂ ਖੋਇਆ, ਕਦੇ ਕਿਸੇ ਨੂੰ ਦਬਾਇਆ, ਕਦੇ ਕਿਸੇ ਨੂੰ ਲੁੱਟਿਆ, ਕਦੇ ਕਿਸੇ ਨਾਲ ਬੇਈਮਾਨੀ ਕੀਤੀ ਹੈ, ਕਦੇ ਕਿਸੇ ਨਾਲ ਵਿਸ਼ਵਾਸਘਾਤ ਕੀਤਾ ਹੈ। ਇਹ ਕੀ ਹੈ? ਦਾਗ ਹੀ ਹੈ ਨਾ, ਜਿਹੜਾ ਲੱਗਦਾ ਪਿਆ, ਜਿਹਦਾ ਹਿਸਾਬ ਦੇਣਾ ਪਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੰਸਾਰ ਭਾਈ ਇੱਕ ਕਮਰਾ ਹੈ, ਅਸੀਂ ਇਹਦੇ ਵਿੱਚ ਆਏ ਹੋਏ ਹਾਂ, ਪਰ ਇਹਦੇ ਵਿੱਚ ਪਦਾਰਥਾਂ ਦੀ ਸੁਆਹ ਰੱਬ ਨੇ ਭਰੀ ਹੋਈ ਹੈ। ਜਿਹੜਾ ਪਦਾਰਥਾਂ ਦੇ ਮੋਹ ਦੇ ਵਿੱਚ ਪੈ ਗਿਆ, ਉਹਦੇ ਮੱਥੇ ਤੇ ਕਲੰਕ ਲੱਗੇਗਾ, ਕਲੰਕ ਰੂਪੀ ਸੁਆਹ ਲੱਗੇਗੀ, ਤੇ ਜਾਂ ਫਿਰ ਉਸ ਨੂੰ ਛੱਡਦੇ ਨਹੀਂ ਹਨ। ਦੂਰੋਂ ਹੀ ਤੇ ਭਾਗ ਗਇਓ ਹੈ, ਜਿਸ ਗੁਰ ਮਿਲ ਛੁਟਕੀ ਤ੍ਰਿਕਟੀ ਰੇ। ਅੱਜ ਕਹਿਣ ਲੱਗੇ, ਜਿਹੜਾ ਗੁਰੂ ਦੇ ਨਾਲ ਮਿਲਿਆ ਹੈ, ਤੇ ਗੁਰੂ ਦੇ ਨਾਲ ਮਿਲ ਕੇ ਸੁੱਤ ਬਿੱਤ ਈਖਣਾ। ਸੁੱਤ ਕੀ ਹੈ? ਪੁੱਤਰ। ਬਿੱਤ ਕਹੀਏ ਧਨ, ਤੇ ਈਖਣਾ ਕਹੀਏ ਈਰਖਾ। ਇਹ ਹੈ ਤ੍ਰਿਕੁਟੀ ਜਿਨ੍ਹਾਂ ਦੀ ਛੁੱਟੀ ਹੈ। ਗੁਰਮਿਲ ਤ੍ਰਿਕੁਟੀ ਛੁੱਟੀ ਰੇ, ਛੁਟਕੀ ਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਦੇ ਨਾਲ ਮਿਲ ਕੇ ਪੁੱਤਰ ਦਾ ਮੋਹ, ਸੰਸਾਰ ਦੇ ਪਦਾਰਥਾਂ ਦਾ ਲੋਭ, ਅਤੇ ਇਸੇ ਤਰ੍ਹਾਂ ਈਰਖਾ ਕਰਨੀ, ਜਿਹਦੀ ਛੁੱਟ ਗਈ ਹੈ ਨਾ, ਇਹ ਤ੍ਰਿਕੁਟੀ। ਪਰ ਛੁੱਟੀ ਉਹਦੀ ਹੈ ਜਿਹੜਾ ਗੁਰੂ ਦੇ ਨਾਲ ਮਿਲਿਆ। ਗੁਰ ਮਿਲ, ਗੁਰੂ ਦੇ ਨਾਲ ਮਿਲ ਕੇ, ਤੇ ਦੂਰੇ ਹੀ ਤੇ ਭਾਗ ਗਇਓ ਹੈ। ਕਹਿਣ ਲੱਗੇ, ਉਹ ਗੁਰਮੁਖ ਜਿਹੜਾ ਹੈ ਨਾ, ਸੰਸਾਰ ਦੇ ਪਦਾਰਥਾਂ ਤੋਂ ਫਿਰ ਦੂਰੋਂ ਹੀ ਪਰੇ ਹਟ ਜਾਂਦਾ ਹੈ। ਸੰਸਾਰ ਦੇ ਪਦਾਰਥਾਂ ਦੇ, ਸੰਸਾਰ ਦੇ ਮੋਹ ਦੇ, ਸੰਸਾਰ ਦੀ ਈਰਖਾ ਦੇ ਉਹ ਨੇੜੇ ਨਹੀਂ ਆਉਂਦਾ। ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ, ਇਹ ਪਾਪ ਜਿਹੜੇ ਨੇ, ਅਵਿਦਿਆ ਰੂਪੀ ਜਿਹੜੇ ਪਾਪ ਨੇ, ਮਨਮੁਖਤਾਈ ਦੇ ਪਾਪ ਨੇ, ਅਗਿਆਨਤਾ ਦੇ ਪਾਪ ਨੇ, ਉਸ ਗੁਰਮੁਖ ਦੇ ਕੋਲੋਂ ਦੂਰੋਂ ਹੀ ਭੱਜ ਜਾਂਦੇ, ਨੇੜੇ ਨਹੀਂ ਆਉਂਦੇ। ਨਾ ਅਵਿਦਿਆ ਨੇੜੇ ਆਉਂਦੀ ਹੈ, ਨਾ ਪਾਪ ਨੇੜੇ ਆਉਂਦਾ, ਨਾ ਮਨਮੁਖਤਾਈ ਨੇੜੇ ਆਉਂਦੀ ਹੈ। ਉਸ ਗੁਰਮੁਖ ਤੋਂ ਦੂਰੋਂ ਹੀ ਇਹ ਵਿਕਾਰ ਭੱਜ ਜਾਂਦੇ ਹਨ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁਖ ਸਾਕਤ ਸੰਗ ਨਾ ਛੁਟਸੀ ਰੇ। ਅੱਜ ਕਹਿਣ ਲੱਗੇ ਆ, ਕਿਰਪਾਲ ਕਿਰਪਾਲੂ ਪਰਮਾਤਮਾ, ਮੈਂ ਤੇਰੇ ਕੋਲੋਂ ਇੱਕ ਮੰਗ ਮੰਗਦਾ। ਕਿਹੜੀ ਮੰਗ ਮੰਗਦਾ ਹਾਂ? ਇਹ ਕਿਰਪਾ ਦੇ ਖਜ਼ਾਨੇ ਮਹਾਰਾਜ ਮੇਰੇ ਤੇ ਕਿਰਪਾ ਕਰੋ। ਮੇਰਾ ਮੁਖ ਸਾਕਤ ਸੰਗ ਨਾ ਜੁੜਸੀ ਰੇ, ਮੇਰਾ ਮੂੰਹ ਸਾਕਤ ਬੰਦਿਆਂ ਦੇ ਨਾਲ ਜੁੜੇ ਹੀ ਨਾ, ਮੇਰਾ ਸਿਰ ਨਾ ਜੁੜੇ ਪਾਪੀ ਦੇ ਨਾਲ, ਮਨਮੁਖ ਦੇ ਨਾਲ। ਮੇਰੇ ਤੇ ਇਹ ਕਿਰਪਾ ਕਰ ਵੀ ਮੇਰੀ ਉਹਦੇ ਤੋਂ ਦੂਰੀ ਆਪਣੇ ਆਪ ਹੀ ਬਣੀ ਰਵੇ। ਕਦੇ ਇਹੋ ਜਿਹਾ ਸਮਾਂ ਹੀ ਨਾ ਆਵੇ ਵੀ ਮੈਨੂੰ ਉਹਦੇ ਨਾਲ ਰਿਸ਼ਤੇਦਾਰੀ ਕੱਢਣੀ ਪਵੇ, ਰਿਸ਼ਤੇਦਾਰੀ ਬਣਾਉਣੀ ਪਵੇ, ਉਹਦੇ ਨਾਲ ਕੋਈ ਅੰਗ ਸਾਕ ਰੱਖਣਾ ਪਵੇ। ਨਹੀਂ, ਇਹ ਕਿਰਪਾ ਦੇ ਖਜ਼ਾਨੇ ਪਰਮਾਤਮਾ ਮੇਰੇ ਤੇ ਕਿਰਪਾ ਕਰ। ਮੇਰਾ ਮੁਖ ਸਾਕਤ ਸੰਗ ਨਾ ਜੁਟਸੀ ਰੇ, ਮੇਰਾ ਮੂੰਹ ਜਾਂ ਮੇਰਾ ਇਹ ਸਿਰ ਜਾਂ ਮੇਰੀ ਸੰਗਤ ਜਿਹੜੀ ਹੈ ਸਾਕਤ ਬੰਦੇ ਦੇ ਨਾਲ ਹੋਵੇ ਹੀ ਨਾ।